ਸਵਾਗਤ ਹੈ ਜੀ ਤੁਹਾਡਾ ਸਭ ਦਾ ਵਰਕਸ਼ਾਪ ਕੈਲਕੂਲੇਸ਼ਨ ਐਂਡ ਸਾਇੰਸ ਵਿਸ਼ੇ ਦੀ ਟ੍ਰੇਨਿੰਗ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਕੁਝ ਨੂਮੈਰੀਕਲ ਪ੍ਰੋਬਲਮਸ ਦੀ। ਕੱਲ੍ਹ ਦੇ ਟੌਪਿਕ ਵਿੱਚ ਅਸੀਂ ਜੋ ਡਿਸਕਸ ਕੀਤਾ ਸੀ ਕਿ ਜਦੋਂ 2 ਜਾਂ 2 ਤੋਂ ਵੱਧ ਬਲ ਕੰਮ ਕਰਦੇ ਹਨ ਤਾਂ ਉਹਨਾਂ ਦੀ ਦਿਸ਼ਾ ਅਨੁਸਾਰ ਉਹਨਾਂ ਦਾ ਪਰਿਣਾਮੀ ਬਲ ਕੱਢਿਆ ਜਾਂਦਾ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਇੱਕ ਦਿਸ਼ਾ ਦੇ ਵਿੱਚ 3 ਬਲ ਕੰਮ ਕਰ ਰਹੇ ਹਨ ਇੱਕ ਬੋਡੀ ਦੇ ਉੱਪਰ, ਜਿਨ੍ਹਾਂ ਵਿੱਚੋਂ F1 ਅਤੇ F2 ਇੱਕ ਦਿਸ਼ਾਵੀ ਬਲ ਹਨ ਅਤੇ F3 ਆਪੋਜ਼ਿਟ ਡਾਇਰੈਕਸ਼ਨ ਵਿੱਚ ਹੈ, ਉਲਟ ਦਿਸ਼ਾ ਵਿੱਚ ਹੈ। ਇੱਥੇ ਸਾਡੇ ਕੋਲ ਦਿੱਤਾ ਹੈ ਕਿ F1 50 ਨਿਊਟਨ ਹੈ, F2 40 ਨਿਊਟਨ ਹੈ ਅਤੇ F3 30 ਨਿਊਟਨ ਦਾ ਬਲ ਹੈ। ਸੋ ਜਦੋਂ ਆਪਾਂ ਪਰਿਣਾਮੀ ਬਲ ਪਤਾ ਕਰਨਾ ਹੈ, ਰਿਜ਼ਲਟੈਂਟ ਫੋਰਸ ਪਤਾ ਕਰਨਾ ਹੈ, ਤਾਂ ਇੱਥੇ ਅਸੀਂ ਸਮਾਨ ਦਿਸ਼ਾ ਵਿੱਚ ਕੰਮ ਕਰਦੇ F1 ਅਤੇ F2 ਨੂੰ ਜੋੜ ਦਿੱਤਾ ਹੈ ਅਤੇ ਉਲਟ ਦਿਸ਼ਾ ਵਿੱਚ ਕੰਮ ਕਰ ਰਹੇ F3 ਨੂੰ ਘਟਾਓ ਦਿੱਤਾ ਹੈ। ਇਸ ਤਰ੍ਹਾਂ 40 + 50 - 30 ਜਾਣੀ ਕਿ 50 + 40 90 ਘਟਾਓ 30 ਅਤੇ ਸਾਡੇ ਕੋਲ ਜੋ ਪਰਿਣਾਮੀ ਬਲ ਹੈ ਉਹ 60 ਨਿਊਟਨ ਦਾ ਆ ਗਿਆ ਹੈ। ਹੁਣ ਗੱਲ ਕਰਦੇ ਹਾਂ ਕਿ ਜਦੋਂ ਜਿਹੜੇ ਬਲ ਨੇ ਇਹ ਕਿਸੇ ਐਂਗਲ 'ਤੇ ਕਿਸੇ ਬੋਡੀ ਉੱਪਰ ਕੰਮ ਕਰਦੇ ਹਨ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਦੋਂ ਕਿਸੇ ਬੋਡੀ ਦੇ ਉੱਪਰ 2 ਬਲ ਨੇ ਜਿਹੜੇ ਉਹ 90 ਡਿਗਰੀ ਦੇ ਕੋਣ 'ਤੇ ਕੰਮ ਕਰਦੇ ਹਨ ਤਾਂ ਉਹਨਾਂ ਦਾ ਰਿਜ਼ਲਟੈਂਟ ਫੋਰਸ ਪਰਿਣਾਮੀ ਬਲ ਕਿਸ ਤਰ੍ਹਾਂ ਪਤਾ ਕੀਤਾ ਜਾਂਦਾ ਹੈ। ਜਿਵੇਂ ਚਿੱਤਰ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਬੋਡੀ ਦੇ ਉੱਪਰ P ਅਤੇ Q ਨਾਮ ਦੇ 2 ਬਲ 90 ਡਿਗਰੀ ਦੇ ਕੋਣ 'ਤੇ ਕੰਮ ਕਰ ਰਹੇ ਹਨ ਅਤੇ ਪਰਿਣਾਮੀ ਬਲ R ਅਸੀਂ ਪਤਾ ਕਰਨਾ ਹੈ। ਇੱਥੇ ਜੋ ਬਲ P ਹੈ ਉਸ ਦਾ ਜੋ ਮੈਗਨੀਚਿਊਡ ਹੈ, ਉਸ ਦਾ ਜੋ ਮਾਤਰਾ ਹੈ, ਉਸ ਦਾ ਜੋ ਮੁੱਲ ਹੈ ਉਹ 5 ਨਿਊਟਨ ਹੈ ਅਤੇ ਬਲ Q ਦਾ ਜੋ ਮੈਗਨੀਚਿਊਡ ਹੈ, ਜੋ ਉਸ ਦੀ ਮਾਤਰਾ ਹੈ ਉਹ 12 ਨਿਊਟਨ ਰੱਖੀ ਗਈ ਹੈ। ਜਦੋਂ ਆਪਾਂ ਇਸ ਨੂੰ ਚਿੱਤਰ ਦੇ ਰੂਪ ਦੇ ਵਿੱਚ ਵਿਸਥਾਰ ਕਰਦੇ ਹਾਂ ਤਾਂ ਆਪਣੇ ਕੋਲ ਇੱਕ ਸਮਾਨਾਂਤਰ ਚਤੁਰਭੁਜ ਬਣ ਜਾਂਦਾ ਹੈ ਅਤੇ ਉਸ ਦੇ ਰਿਜ਼ਲਟੈਂਟ ਫੋਰਸ ਨੂੰ ਮਿਲਾਉਣ 'ਤੇ ਆਪਣੇ ਕੋਲ 2 ਰਾਈਟ ਐਂਗਲ ਟ੍ਰਾਇੰਗਲਸ ਹੋਂਦ ਵਿੱਚ ਆਉਂਦੀਆਂ ਹਨ, ਜਿਹਦੇ ਵਿੱਚ ਆਮਣੇ ਸਾਹਮਣੇ ਦੀਆਂ ਭੁਜਾਵਾਂ ਨੇ ਜਿਹੜੀਆਂ ਉਹ ਬਰਾਬਰ ਹੁੰਦੀਆਂ ਹਨ। ਸੋ ਆਪਾਂ ਇੱਕ ਤਿਕੋਣ ਜਿਸ ਦੀਆਂ ਭੁਜਾਵਾਂ Q, P ਅਤੇ R ਹਨ, ਉੱਥੋਂ ਆਪਾਂ ਰਿਜ਼ਲਟੈਂਟ ਫੋਰਸ ਜੋ ਪਤਾ ਕਰਦੇ ਹਾਂ। ਜਦੋਂ ਕੋਣ 90 ਡਿਗਰੀ ਦਾ ਹੋਵੇ ਤਾਂ ਆਪਾਂ ਥੀਟੇ ਦੀ ਵੈਲਿਊ 90 ਨਿਰਧਾਰਿਤ ਕਰਨੀ ਹੈ। ਜਦੋਂ 2 ਬਲ ਕਿਸੇ ਕੋਣ 'ਤੇ ਕੰਮ ਕਰਦੇ ਹਨ ਤਾਂ ਜਿਹੜਾ ਰਿਜ਼ਲਟੈਂਟ ਬਲ ਹੈ, ਪਰਿਣਾਮੀ ਬਲ ਹੈ, ਉਸ ਨੂੰ ਕਿਸੇ ਤਿਕੋਣ ਦੇ ਵਿਕਰਨ ਦੇ ਰੂਪ ਵਿੱਚ, ਜਿਵੇਂ ਆਪਾਂ ਵਿਕਰਨ ਦਾ ਪਤਾ ਕਰਦੇ ਹਾਂ, ਉਸੇ ਤਰ੍ਹਾਂ ਹੀ ਇੱਥੇ ਫਾਰਮੂਲਾ ਉਹ ਲਾਗੂ ਹੁੰਦਾ ਹੈ। ਕਹਿਣ ਦਾ ਭਾਵ ਰਿਜ਼ਲਟੈਂਟ ਫੋਰਸ R² ਬਰਾਬਰ ਹੈ P² + Q² + 2PQ cos θ, ਕਿਉਂਕਿ ਇੱਥੇ ਜੋ ਐਂਗਲ ਹੈ ਉਹ ਵੀ ਮਹੱਤਵਪੂਰਨ ਰੋਲ ਨਿਭਾ ਰਿਹਾ ਹੈ। ਜਾਂ ਰਿਜ਼ਲਟੈਂਟ ਫੋਰਸ R ਬਰਾਬਰ ਹੈ P² + Q² + 2PQ cos θ ਸਾਰੇ ਦਾ ਵਰਗਮੂਲ। ਹੁਣ ਆਪਾਂ ਇਹਨਾਂ ਦੇ ਜੋ ਆਪਣੇ ਕੋਲ ਬਲ ਨੇ ਉਹਨਾਂ ਦੀ ਆਪਾਂ ਕੀਮਤਾਂ ਭਰ ਦਿੰਦੇ ਹਾਂ, ਉਹਨਾਂ ਦਾ ਮੈਗਨੀਚਿਊਡ ਇਸ ਫਾਰਮੂਲੇ ਦੇ ਵਿੱਚ ਭਰ ਦਿੰਦੇ ਹਾਂ। ਰਿਜ਼ਲਟੈਂਟ ਫੋਰਸ R ਬਰਾਬਰ ਹੈ 5 ਦਾ ਸਕੁਏਅਰ + 12 ਦਾ ਸਕੁਏਅਰ ਜੋੜ
2 गुणा 5 गुणा 12 गुणा 0 न्यूटन। ये जो 0 इत्थे आई है ये cos 90 की वैल्यू है। अपने कोल एक सारनी है, उस सारनी दे विच सारियां ही अपने जिन्ना भी थीटा है, कॉस थीटा, सैन थीटा, टैन थीटा, सारिਆਂ ਦੇ जो मुल दिते हुंदे हन ਜਾਂ ਆਪਾਂ ਇਹ याद रखण योग भी है कि cos 90 0 के बराबर हुंदा है। सो इत्थे 5 का स्केयर 25 प्लस 12 का स्केयर 144 ते प्लस जिहड़ियां अगलियां राशियां हन जो आप उसनूं cos 90 भाव 0 नाल मल्टीप्लाई करते हाँ तो वह सारा 0 हो जाता है। साइड ते आपां न्यूटन भी लिखना है क्योंकि बल की इकाई आपां इत्थे न्यूटन लै रहे हैं। इस तरह 25 जमा 144 169 169 हुंदा है तो 169 का वर्गमूल न्यूटन रिजल्टेंट फोर्स है। अगे चल के जो आप 169 का वर्गमूल लेंदे हाँ तो वह 13 आ जाता है। इस तरह जेकर अपने कोल 5 न्यूटन और 12 न्यूटन के दो बल 90 डिग्री के कोण ते काम करते हैं तो असी ये सिद्ध कर दिता है कि उन्होंने रिजल्टेंट फोर्स RF परिणामी बल है जो 13 न्यूटन का होगा। हुण गल करते हाँ कि जेकर किसी बॉडी ते लग रहे बलों का जिहड़ा कोण है वो 90 ना होवे 60 होवे। इस चित्र में दिखाया गया है कि एक बॉडी उपर दो बल काम कर रहे हैं A और B, जिन्हां विचों जो बल A है उसकी मात्रा 3 न्यूटन है और जो बल B है उसकी मात्रा 4 न्यूटन है। इत्थे भी आपां उही सूत्र लागू करते हाँ कि रिजल्टेंट फोर्स RF बराबर है A स्केयर प्लस B स्केयर प्लस 2AB गुणा cos 60 न्यूटनस। 60 इत्थे इस करके आया है क्योंकि जो आपने एंगल निर्धारित किया है वो 60 डिग्री निर्धारित किया है इस न्यूमेरिकल दे विच। हुण आपां बलां दा जो मैगनीट्यूड है जो उन्हां दी मात्रा है वो इस सूत्र दे विच भर दिंदे हाँ। रिजल्टेंट फोर्स बराबर है 3 का स्केयर प्लस 4 का स्केयर गुणा 2 गुणा 3 गुणा 4 गुणा 1/2 सारे दे बाहर आपां न्यूटन लिखांगे। 1/2 जो है वो cos 60 की वैल्यू है। cos 60 का जो मुल है 1/2 हुंदा है। 3 का स्केयर 9 हुंदा है तो 4 का स्केयर 16 हुंदा है। 2 गुणा 3 गुणा 4 गुणा 1/2 जानी कि 24 गुणा 1/2 जानी कि 12। अगले स्टैप में आप लिखते हाँ 9 प्लस 16 प्लस 12 न्यूटन। इन्हां तिन्नां नूं जोड़ के अपने कोल 37 जिसका कि वर्गमूल न्यूटन इन्ना आ जाता है। हुण आपां 37 का वर्गमूल कढ़ना है। वो तुहानूं पहलां ही संस्था विच रैगूलर ट्रेनिंग जो आपां कर रहे सी तो वर्गमूल कढ़ना दस दिता गया सी, सिखा दिता गया सी। इत्थे रिजल्टेंट फोर्स जो परिणामी बल है वो 6.083 न्यूटन आ गया है। सो अज आपां 3 न्यूमेरिकल डिस्कस किए ने। कल जो आपां टॉपिक दे विच थ्योरी दे विच पढ़िया सी कि जदों किसी बॉडी ते दो बल अलग अलग दिशा तो या अलग अलग कोण तो काम करते हैं तो उन्हों का रिजल्टेंट फोर्स किस तरह प्राप्त किया जाता है। ये अज का अपना टॉपिक। धन्यवाद जी।